ਇਹ ਝਗੜਾ ਇੱਕ ਅਖਬਾਰ ਦਾ ਹੈ, ਯਾਰ ਪਿੱਛੇ ਕਰ ਯਾਰ ਫੋਨ ਆਪਣਾ ਨੈਸ਼ਨਲ ਹੈਰਲਡ ਨਾਂ ਦਾ ਅਖਬਾਰ, ਫੋਨ ਤੇ ਜਿਹੜਾ ਕਿ ਇਹ ਅਖਬਾਰ 1938 ਦੇ ਵਿੱਚ ਚੱਲਿਆ ਸੀ। ਕਾਂਗਰਸ ਪਾਰਟੀ ਨੇ ਚਲਾਇਆ ਸੀ, ਸ਼੍ਰੀ ਜਵਾਹਰ ਲਾਲ ਨਹਿਰੂ ਜੀ ਨੇ ਚਲਾਇਆ ਸੀ, ਤੇ ਇਸ ਅਖਬਾਰ ਨੇ ਆਜ਼ਾਦੀ ਦੀ ਲੜਾਈ ਕਾਂਗਰਸ ਦੇ ਨਾਲ ਹੋ ਕੇ ਲੜੀ ਹੈ। ਆਜ਼ਾਦੀ ਦੀਆਂ ਤੋਂ ਪਹਿਲਾਂ ਦੀਆਂ ਅੰਗਰੇਜ਼ਾਂ ਦੇ ਖਿਲਾਫ ਖਬਰਾਂ ਇਹ ਅਖਬਾਰ ਲਾਉਂਦਾ ਸੀ, ਤੇ ਅੱਜ ਉਦੋਂ ਇਹ ਅੰਗਰੇਜ਼ਾਂ ਨੂੰ ਰੜਕਦਾ ਸੀ ਅਖਬਾਰ, ਤੇ ਅੱਜ ਜਦੋਂ ਇਹ ਮੌਜੂਦਾ ਜਿਹੜੀ ਬੀਜੇਪੀ ਦੀ ਸਰਕਾਰ ਹੈ ਉਸ ਦੇ ਖਿਲਾਫ ਖਬਰਾਂ ਲਾਉਂਦਾ ਤਾਂ ਇਹਨਾਂ ਨੂੰ ਰੜਕਦਾ ਹੈ। ਉਹ ਪਹਿਲਾਂ ਚਿੱਟੇ ਅੰਗਰੇਜ਼ ਸੀ, ਹੁਣ ਕਾਲੇ ਅੰਗਰੇਜ਼ ਆ, ਫਰਕ ਇੰਨਾ ਹੀ ਹੈ। ਇਸ ਕਰਕੇ ਇਹ ਜਿਸ ਤਰ੍ਹਾਂ ਇੱਥੇ ਪੰਜਾਬ ਦੇ ਵਿੱਚ ਅਜੀਤ ਨੂੰ ਦਬਾਇਆ ਗਿਆ ਸੀ ਮੌਜੂਦਾ ਸਰਕਾਰ ਵੱਲੋਂ ਕਿ ਸਾਡੇ ਖਿਲਾਫ ਖਬਰਾਂ ਲਾਉਂਦਾ, ਇਸੇ ਤਰ੍ਹਾਂ ਪੂਰੇ ਹਿੰਦੁਸਤਾਨ 'ਚ ਇੱਕ ਅਖਬਾਰ ਨੂੰ ਦਬਾਇਆ ਜਾ ਰਿਹਾ। ਅਖਬਾਰ ਦੇ ਟਰਸਟੀ ਸੋਨੀਆ ਗਾਂਧੀ ਵੀ ਹੈ, ਰਾਹੁਲ ਗਾਂਧੀ ਵੀ ਹੈ, ਤੇ ਹੋਰ ਲੋਕ ਵੀ ਹੈ ਕਾਂਗਰਸੀ, ਤੇ ਇਸ ਦੇ ਅਖਬਾਰ ਦੇ ਥਰੂ ਇਹਨਾਂ ਨੂੰ ਇੱਕ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹੋਰ ਇਹਨਾਂ ਪਰ ਕੋਈ ਕੇਸ ਨਹੀਂ ਹੈ। ਅੱਜ ਤੱਕ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੇ ਖਿਲਾਫ ਇਹਨਾਂ ਨੂੰ ਇੱਕ ਵੀ ਕੋਈ ਗਲਤ ਗੱਲ ਹੀ ਨਹੀਂ ਮਿਲੀ ਜਿਹੜੀ ਦੇ ਖਿਲਾਫ ਉਹਨੂੰ ਉਲਝਾ ਲੈਣ। ਹੁਣ ਅਖਬਾਰ ਦੇ ਮਾਧਿਅਮ ਤੇ ਜਾਣ ਲੱਗੇ। ਅਸੀਂ ਇਸ ਦੇ ਵਿੱਚ ਪੂਰੀ ਕਾਂਗਰਸ ਇਕਜੁੱਟ ਹੈ ਤੇ ਪੂਰੀ ਲੜਾਈ ਲੜਾਂਗੇ। ਲੇਕਿਨ ਤੱਥ ਐਂਡ ਪ੍ਰੂਫ ਦੇ ਬਿਹਾਫ ਦੇ ਉੱਪਰ ਜਿਹੜਾ ਹੈਗਾ ਚਾਰਜ ਸ਼ੀਟ ਦਾਇਰ ਹੋਈ ਹੈਗੀ ਹੈ, ਤੁਹਾਨੂੰ ਲੱਗਦਾ? ਯਾਰ ਮੇਰੀ ਗੱਲ ਸੁਣੋ, ਜਿਸ ਤਰ੍ਹਾਂ ਉੱਪਰ ਵਾਲੇ ਕਹਿੰਦੇ ਆ ਉਸ ਤਰ੍ਹਾਂ ਚਾਰ ਸ਼ੀਟ ਬਣ ਜਾਂਦੀ। ਕਿਹੜੇ ਤੱਥ ਕਿਹੜੇ ਸਬੂਤ, ਜਿਹਦੇ ਜਿਹੜੀ ਜੀ ਕਰਦੇ ਉਹਨੂੰ ਚੱਕ ਲੈਂਦੇ ਆ, ਜਿਹੜੇ ਨੂੰ ਜੀ ਕਰਦੇ ਜਿਹੜਾ ਇਹਨਾਂ ਦੇ ਨਾਲ ਰਲ ਜਾਂਦਾ ਉਹਨੂੰ ਛੱਡ ਦਿੰਦੇ ਆ। मल्टी करोड़ की प्रॉपर्टी अटैच की गई है उसे लेकर, तो उसे लेकर ਉਹ ਯਾਰ ਉਹ ਸੋਨੀਆ ਗਾਂਧੀ ਆ ਰਾਹੁਲ ਗਾਂਧੀ ਦੀ ਪ੍ਰਾਪਰਟੀ ਨਹੀਂ ਹੈ, ਉਹ ਪ੍ਰੈਸ ਦੀ, ਉਹ ਅਖਬਾਰ ਜਿਹੜਾ ਅਖਬਾਰ ਨੂੰ ਟਰਸਟ ਚਲਾਉਂਦਾ ਉਹਦੀ ਪ੍ਰਾਪਰਟੀ ਹੈ। ਇਸ ਕਰਕੇ ਕਲੀਅਰ ਕਰ ਲਓ ਇਹ ਅਖਬਾਰ ਦੀ ਪ੍ਰਾਪਰਟੀ ਹੈ। ਜਿਸ ਤਰ੍ਹਾਂ ਉਹਨੇ ਅਜੀਤ ਦੀ ਇਹ ਕਰ ਸਕਦੇ ਸੀ ਜਾਂ ਕਰ ਲੈਂਦੇ, ਉਸੇ ਤਰ੍ਹਾਂ ਅਖਬਾਰ ਦੀ ਪ੍ਰਾਪਰਟੀ ਨੂੰ ਕੀਤਾ ਗਿਆ ਹੈ। ਇਸ ਕਰਕੇ ਟਰਸਟ ਦੀ ਪ੍ਰਾਪਰਟੀ ਹੈ, ਜਿਹਦੇ ਵਿੱਚ ਰਾਹੁਲ ਗਾਂਧੀ ਯਾਰ ਉਹਨਾਂ ਦੇ ਪਰਿਵਾਰ ਦਾ 1 ਰੁਪਈਆ ਵੀ ਨਹੀਂ ਹੈ ਉਹਨਾਂ ਦੇ ਨਾਮ, ਜਾਂ ਨਾ ਉਹਨਾਂ ਨੂੰ ਆਉਣਾ ਉਹ ਪੈਸਾ। ਉਹ ਟਰਸਟ ਵਿੱਚ ਅਖਬਾਰ ਦੇ ਨਾਮ 1938 ਤੇ ਚੱਲਦਾ ਆ ਰਿਹਾ ਹੈ। ਇਸ ਕਰਕੇ ਲੋਕਾਂ ਨੂੰ ਭਰਮਤ ਕਰਕੇ ਉਹਨਾਂ ਨੂੰ ਹੈਰਾਨ किया जा रहा है। लेकिन सर प्रताप सिंह बाजवा को लेकर कैसे देते हैं? हाई कोर्ट का भी रुख कर लिया गया है, कल उनसे 4-5 घंटे पूछताछ भी की गई है। बॉम्ब को लेकर आज पन्नू द्वारा भी एक सोशल मीडिया पे पोस्ट वायरल की गई, उस पर कहा है इसने कि बाजवा जी जो सही कह रहे हैं 18 फट गए हैं, बाकी अभी फटते हैं, बाकी 50 आए थे, और आम आदमी पार्टी के विधायक को भी धमकी दे दी है। ਇਹ ਅੱਜ ਤੁਹਾਨੂੰ ਤੁਸੀਂ ਦੇਖ ਲਿਆ, ਹਾਈ ਕੋਰਟ ਦਾ ਆ ਗਿਆ, ਉਹਨਾਂ ਨੇ ਚਪੇੜ ਮਾਰਤੀ ਇਹਨਾਂ ਦੇ ਮੂੰਹ ਤੇ। ਇੱਕ ਨਹੀਂ ਰੋਜ਼ੇ ਪੈਂਦੀਆਂ ਇਹਨਾਂ ਦੇ ਮੂੰਹ ਤੇ। ਇਸ ਕਰਕੇ ਜਿਹੜਾ ਜਿੰਨਾ ਇਹ ਗਲਤ ਕਰਨਗੇ, ਸਾਨੂੰ ਕੋਰਟਾਂ ਦੇ ਪੂਰਾ ਵਿਸ਼ਵਾਸ ਹੈ, ਕੋਰਟ ਸਾਡੀ ਮਦਦ ਵਿੱਚ ਆਈ ਹੈ, ਅਸੀਂ ਧੰਨਵਾਦੀ ਹਾਂ ਕੋਰਟ। लेकिन जो आपने अभी स्पीच के दौरान बताया कि पाकिस्तान से अकेले बॉम्ब नहीं आ रहे, और जगह से भी आ रहे, तो ऐसा है ਹੁਣ क्या? ਮੈਨੂੰ ਕੱਲ ਨੂੰ ਪੁੱਛਣ ਲੱਗ ਜਾਣਗੇ ਸੋਚ ਗਿਆ ਮੈਂ ਫੇਰ ਖਾਦਸਾ ਜ਼ਾਹਰ ਕਰ ਰਿਹਾ। ਤੁਸੀਂ ਨਾਮ ਲਿਆ ਇਹ ਸਿੰਘ ਸਾਹਿਬ, ਦਿੱਲੀ ਵਾਲੇ ਪਾਸੇ ਤੋਂ ਵੀ ਆਉਂਦੇ ਹੋ ਸਕਦੇ ਆ, ਇਹਨਾਂ ਨੂੰ ਚੈੱਕ ਕਰਾ ਲੈਣਾ ਚਾਹੀਦਾ ਹੈ। लेकिन आपके पोस्टर को लेकर क्या कहना चाहेंगे? एक बीजेपी वर्कर द्वारा पोस्टर लगा दिए मेरे गए। जी मेरी बात सुन लीजिए। बीजेपी वाले बीजेपी वाले ਮੈਨੂੰ ਵੀ ਮਸ਼ਹੂਰ ਕਰਦੇ ਰਹਿੰਦੇ। ਆਪ ਮੇਰੇ ਮਾਧਿਅਮ ਤੇ ਕੋਈ ਬੰਦਾ ਮਸ਼ਹੂਰ ਹੋਣਾ ਚਾਹੁੰਦਾ, ਮੈਨੂੰ ਕੀ ਹਰਜ ਹੈ? ਮੈਂ ਕਹਿੰਦਾ ਜੀ ਦੇਖੋ ਗੱਲ ਸੁਣੋ, ਅੱਜ ਤੱਕ ਉਹਨੂੰ ਕੋਈ ਜਾਣਦਾ ਸੀ? ਮੇਰਾ ਪੋਸਟਰ ਲਾ ਕੇ ਵਿਚਾਰੇ ਨੂੰ ਜਾਣ ਲੱਗ ਕੇ ਚੰਗੀ ਗੱਲ ਹੈ यार। लेकिन मनोरंजन कालिया जो ईडी ने मामला राहुल जी और सोनिया जी के खिलाफ चार्जशीट के रूप में अदालत में दायर किया है, वो तो बंडाटा पॉलिटिक्स है। ये आज का मामला ये जो सामने आया नहीं है, ये एक बहुत पुराना मामला है और ये राजनीति से जुड़ा हुआ है। पहले भी मोदी जी का 10 साल राज रहा और ये तीसरी बार प्राइम मिनिस्टर बन करके आए हैं। उनसे पहले अटल जी का 2 बार राज रहा। उस समय इन लोगों को ये क्यों नहीं याद आया? और जब उनको सम्मन किया गया था हमारे नेताओं को, तो हमने ईडी का सामना किया, और इलेक्शन के बाद राहुल जी को घर से निकाल दिया गया और उनकी मेंबरशिप को रद्द करवा के भी कांग्रेस पार्टी की आवाज को वो दबा नहीं पाए। हम 100 सीट पे चले गए 50 से। लेकिन अब बिहार का इलेक्शन है, तो कहीं ना कहीं ये लीडरशिप के खिलाफ एक नैरेटिव सेट किया जाता है। अगर चार्जशीट देना था तो फिर पार्लियामेंट के चुनाव से पहले क्यों नहीं दिया? उसके उस समय तो सिर्फ एक नैरेटिव दिया कि राहुल जी की मेंबरशिप रद्द हो गई है, उनका घर खाली करवा रहा, ताकि लोगों में बहुत बड़ी निराशा आ जाए कि पता नहीं इन्होंने क्या किया है। लेकिन बिहार के इलेक्शन में तो कांग्रेस सरकार तो नहीं है ना। अरे सरकार नहीं है, नैरेटिव ये सेट करेंगे कि ये कहीं सत्ता में ना आ जाए, क्योंकि लंबा समय हो गया वहां जुल्मों को सितम सहते हुए वहां लोगों को। सो जो हमारी ताकत बढ़ रही है, उनके कारण हमेशा जो ईडी है वो कहीं ना कहीं
सरकार के इशारे पे ये काम करती है। हाँ ठीक है, हम तो स्वागत करते हैं अगर उन्होंने किया है। हम कोर्ट में पहले भी हमने फेस किया है, अभी कोर्ट में फेस करेंगे। लेकिन इंडियन अलायंस के कारण आपको लगता नहीं कांग्रेस की ताकत कम होगी, क्योंकि नीतीश तो एनडीए गठबंधन के साथ है। अरे पहले भी नीतीश तो हमारे साथ नहीं था ना, जब इलेक्शन हुआ तो हमारे साथ थोड़ी था, पार्लियामेंट में तो वो उनके साथ ही था, उनका तो पता ही नहीं चलता। आज उन्होंने पता नहीं सत्ता में वापस आने के लिए कहीं अलायंस तोड़ देना होता है। वो तो 7 बार आई टॉकिंग अबाउट ऑन रिकॉर्ड, वो तो 7 बार कभी इधर जा रहा है, कभी उधर जा रहा है, कभी इधर जा रहा है, कभी उधर जा रहा है। अरे मैं आपको बता रहा हूँ, देश में बहुत ऐसे लीडर हैं जिन्होंने हमेशा सरकार का सामना किया है। मेरे ख्याल में हमारी गवर्नमेंट जो, हमें पूरा अनुमान है कि हम बिहार में आने वाले हैं, तो हमें रोकने के लिए ये सारा षड्यंत्र हो रहा है, इससे कुछ नहीं बनेगा। लेकिन कांग्रेस द्वारा जो प्रोटेस्ट किया जा रहा है ईडी की कार्रवाई को लेकर, लग रहा है कि इससे कोई फर्क पड़ पाएगा? देखिए, थोड़ा लोगों में ये बात फैलाने के लिए, ये किसी न किसी तरीके से फायदा लेने के लिए होता है, ताकि एक टेस्ट चेक किया जाता है ऑपोजिशन का, ये किस तल पर और किस लेवल पर आएंगे। तो कांग्रेस पूरे लेवल पर पूरे जोर शोर से अपने नेताओं की पिठ में खड़ा होकर के अब मैदान में आई है। हम जालंधर में करके ये ईडी का ऑफिस है। पंजाब में तो वैसे ही कांग्रेस के ऊपर दबाव बना रही है आम आदमी पार्टी, वैसे ही थोड़ा मुश्किल में है, क्योंकि जो आपके ऑपोजिशन लीडर है प्रताप सिंह बाजवा, उन पर FIR दर्ज हुई, कल 4 से 5 घंटे पूछताछ भी हुई है, तो ऐसे में कैसे देखते हैं? अरे कुछ नहीं होगा इस FIR में, हमने पढ़ा है उसको, हमारे वकील साहबान ने भी उनको जांचा है और कह रहे हैं कि हम अमन अरोड़ा जी बोल रहे थे, चलो मैं वो शब्द तो नहीं बोल रहा कि हम ऐसे कर देंगे। भाई अरोड़ा जी, आपको हमारे खिलाफ धरना देने की जरूरत पड़ जाए, एक सरकार को भी, आपके पास तो विजिलेंस भी है, आपके पास पंजाब पुलिस है और भी बहुत कुछ है, आप उनके हिसाब से अपना काम करें। अगर आपने धरना लगाना, इसका मतलब है कि आप कमजोर हो चुके हैं, पंजाब में आप नैतिकता खो चुके हैं। हम ऐसे कर देंगे भी कर लेते, हम तो उनके साथ कल गए थे, 5 घंटे पूछताछ किया, तो फिर उनको कर लेते गिरफ्तार। हम तो अभी वेलकम करते हैं, जब वो बुलाएंगे जाएंगे। और कोर्ट में हमारी याचिका दायर है, आज उस पर सुनवाई होनी है, उसमें भी देखते हैं कि क्या फैसला आएगा। हमें उम्मीद है कि कोर्ट हमारे हक में फैसला देगी। पहले ही प्रताप सिंह बाजवा बयान देकर फंसे हुए हैं, FIR दर्ज हुई, अब गुरपंत सिंह पन्नू की वीडियो आई है सामने सोशल मीडिया पे, उसने कहा है कि बाजवा ने जो कहा है वो बिल्कुल सही कहा है, 18 फटे हैं, अभी बाकी 50 आए हैं और फटने बाकी है। साथ में उन्होंने आम आदमी पार्टी के जो विधायक हैं उनको भी धमकी दे डाली कि आपकी सुरक्षा कौन करेगा, आप तो बाबा साहब की सुरक्षा करेगा, और बाबा साहब को लेकर भी उसने गलत टिप्पणियां की है। देखिए, आपने बोला है कि बाजवा जी इस मामले में आप उनके माध्यम से जो बोल रहे हैं कि वो फंसे हुए हैं, हम कहीं फंसे नहीं हुए हैं, हम तो मुकाबला करेंगे उनका, आम आदमी पार्टी का। जो बाजवा जी ने 50 बोला है, अरे भाई अखबार ने तो 60 बोला है, हमने तो कम ही बोला है ना 10। तो मेरे ख्याल में जो कुछ पंजाब के अंदर हो रहा है, अरे भाई गिनती के चक्कर में आप मत फंसो। आप पंजाब की सुरक्षा को लेकर जो आपकी जिम्मेवारी है सरकार की, आप उसको निभाने की जरूरत करें। बड़े बड़े लीडरों पर ब्लास्ट हो रहे हैं, आपके ईडी पे ऑफिस में ग्रेनेड पड़ रहे हैं, आप तब कोई कंट्रोल नहीं कर पाए, तो अब आप क्या साबित करना चाहते हैं? सरकार चाहे जो मर्जी बाजवा जी के ऊपर, कांग्रेस पार्टी के नेताओं पर करें, हमें उसका बिल्कुल सामना करें। अरे देखें, पोस्टर लगाने से कोई राजनीति में हमें कोई नीमा नहीं दिखा सकता। आचार्य जी, चन्नी जी तो आए हुए हैं, यहाँ बैठे हैं, आ जाए वो, अगर उनको कोई काम है, बोलता है काम नहीं हो रहे, हम यहाँ के लीडर हैं, हमारी भी रिस्पॉन्सिबिलिटी है, जिसका काम रुका उसका काम रुका है, उसकी सरकार है, अगर हमारे से नहीं हुआ तो अपनी सरकार से करवा लेते। हाँ, जहां तक एक पोस्टर का सवाल है, ये एक शरारतपूर्ण मामला है। चन्नी जी आज भी है, पहले भी आते रहते हैं, इसमें क्या बात है? तो मेरे ख्याल में ये जानबूझ के एक शरारत है, इसके अलावा देखिए, वर्कर का ये कहना है कि सैटरडे संडे सिर्फ यहाँ पे वीकेंड मनाने आते हैं, चले जाते हैं, ना कभी धार्मिक समागमों में नजर आते हैं, ना ही लोगों के काम करवाते हैं। उनके PA बैठे होते हैं, लेकिन PA भी काम नहीं करवा सकते, उनके पास तो पावर ही नहीं। अरे भाई, हमारे पास पावर हो ना हो, ये अलग मैटर है।
वो हमें हमेशा धार्मिक, अभी अभी 10-15 दिन पहले वो ईद के टाइम पे आए, अरे जहाँ रामनवमी के त्योहार थे तब भी, और भी बहुत सारे प्रोग्रामों में आते हैं, काम के लिए भी आते हैं। तो वो बोलते हैं कि वीकेंड में आते हैं, तो फिर उनको ये पता है कि वीकेंड में आते हैं, वो बोलते हैं यहाँ से गुम है। यार ये क्या मतलब, उनको ही पहले सोचना चाहिए कि हमने कहना क्या है। सो ये एक शरारतपूर्ण जो मामला है, इससे अलावा कुछ नहीं। कांग्रेस क्या संज्ञान लेगी इस पे, क्या इसे लेकर कोई एक्शन लेगी? अरे क्या है इन लोगों के यार, अरे ऐसे पता नहीं कितने लोग हैं जहाँ जलंधर में शरारती लोग हैं, इन लोगों का क्या जवाब देना है उनको? अगर चाहे आपके मीडियम के माध्यम से सुनते होंगे ना, सुनेंगे भी, तो आ जाए, हम चन्नी से मुलाकात करवा देंगे। वो जलंधर में आए हुए हैं, चाय भी साथ में पिला देंगे। अगर उसका कोई काम नहीं हुआ तो वो काम भी करवा देंगे, हम इतनी समर्थता में है। कहना है कि पोस्टर लगे तो अब चरणजीत सिंह चन्नी जलंधर जरूर। अरे यार ये क्या बात हुआ, ये क्या बात हुआ? हम हमारे नेशनल लीडर के खिलाफ इतना बड़ा मामला मतलब कोर्ट में भेजा है, तो मेंबर पार्लियामेंट का एक जलंधर में आना तो स्वाभाविक है, ये तो एक आम बात है। तो वो आज आए हुए हैं, इसमें क्या है? सो ये बातों में कोई दम नहीं है, इनसे ना कुछ उनको मिलेगा ना कुछ और सुनने वालों को मिलेगा। ये एक शरारतपूर्ण है। पूरे देश ਦੇ ਵਿੱਚ ਜਿਹੜਾ ਕਾਂਗਰਸ ਪਾਰਟੀ ਦੇ ਉੱਤੇ ਰਾਹੁਲ ਗਾਂਧੀ ਜੀ, ਸ਼੍ਰੀਮਤੀ ਸੋਨੀਆ ਗਾਂਧੀ ਜੀ ਦੇ ਉੱਤੇ ਜਿਹੜੀ ਚਾਰਜਸ਼ੀਟ ਪੇਸ਼ ਕੀਤੀ ਗਈ ਈਡੀ ਵੱਲੋਂ, ਉਸ ਸਮੇਂ ਜਦੋਂ ਵਕਫ ਦੇ ਨਾਲ ਪੂਰੇ ਦੇਸ਼ 'ਚ ਭਾਈਚਾਰਾ, ਮੁਸਲਿਮ ਭਾਈਚਾਰਾ ਸੜਕਾਂ ਤੇ ਉਤਰਿਆ ਪਿਆ, ਮਾਹੌਲ ਖਰਾਬ ਹੋਇਆ ਪਿਆ, ਇਲੈਕਸ਼ਨਾਂ ਬਿਹਾਰ ਦੀਆਂ ਸਿਰ ਤੇ ਆ ਗਈਆਂ, ਆਸਾਮ ਦੀਆਂ ਸਿਰ ਤੇ ਆ ਗਈਆਂ, ਨੀਤੀਸ਼ ਕੁਮਾਰ ਨਾਰਾਜ਼ ਹੋਈ ਬੈਠਾ ਹੈ ਔਰ ਚੰਦਰਬਾਬੂ ਨਾਇਡੂ ਨਾਰਾਜ਼ ਹੋਈ ਬੈਠੇ, ਲੋਕ ਉਹਨਾਂ ਦੇ ਆਪਣੀ ਪਾਰਟੀ ਦੇ ਨਾਰਾਜ਼ ਹੋਈ ਬੈਠੇ ਨੇ। ਇਸ ਵੇਲੇ ਇਹ ਸਿਰਫ ਸੱਤਾ ਪੱਖ ਨੂੰ ਜਿਹੜੀ ਮੁੱਖ ਵਿਰੋਧੀ ਤੋਂ ਰਾਹੁਲ ਗਾਂਧੀ ਜੀ ਨਿਭਾਉਂਦੇ ਨੇ, ਕਾਂਗਰਸ ਪਾਰਟੀ ਨਿਭਾਉਂਦੀ ਹੈ, ਇੰਡੀਆ ਅਲਾਈਅੰਸ ਇਕੱਠਾ ਹੋ ਰਿਹਾ, ਉਹਨੂੰ ਰੋਕਣ ਵਾਸਤੇ ਇਹਨਾਂ ਨੇ ਸਭ ਕੁਝ ਕੀਤਾ। ਪਰ ਕਾਂਗਰਸ ਪਾਰਟੀ ਕਦੀ ਡਰੀ ਨਹੀਂ, ਨਾ ਅੱਜ ਡਰੇ ਨਾ ਕੱਲ ਡਰੇ। ਇਹਨਾਂ ਕੋਲ ਕੋਈ ਜਵਾਬ ਨਹੀਂ ਹੈਗਾ ਲੋਕਾਂ ਦਾ। ਇਹ ਲੋਕ ਮੁੱਦਿਆਂ ਦਾ ਧਿਆਨ ਦੂਜੇ ਬੰਨੇ ਭੜਕਾਉਣ ਵਾਸਤੇ ਇਹਨਾਂ ਨੇ ਇਹ ਕਾਰਵਾਈ ਡਰਾਉਣ ਦੀ ਕੀਤੀ ਹੈ, ਪਰ ਕਾਂਗਰਸ ਪਾਰਟੀ ਨਹੀਂ ਡਰੇਗੀ। ਅਸੀਂ ਧਰਨੇ ਰਾਹੀਂ ਈਡੀ ਦੇ ਅਫਸਰਾਂ ਰਾਹੀਂ ਇਹੀ ਸੰਦੇਸ਼ ਇਹਨਾਂ ਦੇ ਵਾਕਾਂ ਨੂੰ ਭੇਜਣਾ ਚਾਹੁੰਦੇ ਹਾਂ ਕਿ ਕਾਂਗਰਸ ਪਾਰਟੀ ਕਿਸੇ ਕੀਮਤ ਤੇ ਵੀ ਨਹੀਂ ਡਰੇ। ਤੱਥ ਦੇਖਦੇ ਆ ਨਾ ਤਾਂ ਕਈ 100 ਕਰੋੜ ਦਾ ਘਪਲਾ ਕਹਿੰਦੇ ਕੀਤਾ ਗਿਆ ਹੈ ਹਰਲ ਦੇ ਨਾਂ ਦੇ ਉੱਤੇ, ਨੈਸ਼ਨਲ ਹਰਲ ਦੇ ਨਾਂ। ਜਿਹੜੇ ਇਹਨਾਂ ਦੀ ਗੋਦੀ 'ਚ ਬੈਠੇ ਨੇ, ਕਦੀ ਉਹਨਾਂ ਦਾ ਵੀ ਇਹਨਾਂ ਨਾਂ ਲਿਆ? ਜਿਹੜਾ ਇਹਨਾਂ ਵਿਰੁੱਧ ਬੋਲਦਾ ਕਿ ਉਹਨੇ ਹੀ ਸਾਰੇ ਘਪਲੇ ਕਰ ਲਏ ਨੇ? ਕੀ ਜਿਹੜੇ ਇਹਨਾਂ ਦੀ ਗੋਦੀ 'ਚ ਬੈਠੇ, ਜਿੱਥੇ ਸਰਕਾਰਾਂ ਜਿਹੜੇ ਇਹਨਾਂ ਨੇ ਜੁਆਇਨ ਕਰਾਏ ਨੇ, ਹਜ਼ਾਰਾਂ ਕਰੋੜ ਦੇ ਇਹਨਾਂ ਦੇ ਉਹਨਾਂ ਦੇ ਇਲਜ਼ਾਮ ਨੇ ਘਪਲਿਆਂ ਦੇ। ਅਡਾਨੀ ਜਿਹਨੂੰ ਜਿਹਦੇ ਨਾਲ ਸਰਕਾਰ ਚਲਾ ਰਹੇ ਆ, ਸਾਰਾ ਦੇਸ਼ ਦਾ ਸਰਮਾਇਆ ਲੁੱਟ ਕੇ ਕੱਲਾ ਬੰਦਾ ਹੀ ਖਾ ਗਿਆ, ਕਦੀ ਉਹਦੇ ਨਾਲ ਲੀਡ ਹੀ ਜਾਂਦੀ। ਜਿਹੜੀਆਂ ਮਤਲਬ 10-10 ਲੱਖ ਕਰੋੜ ਦੀਆਂ ਕੰਪਨੀਆਂ ਨੇ 20,000 ਕਰੋੜ ਚ ਲੈ ਗਿਆ, ਕਦੀ ਉਹਦੇ ਨਾਲ ਨਹੀਂ ਕੰਪਨੀ ਜਾਂਦੀ ਹੈ। ਸਿਰਫ ਜਿਹੜਾ ਬੰਦਾ ਬੋਲਦਾ ਉਹਦੇ ਲਈ ਕਿਉਂ? ਸਾਰੀਆਂ ਗਲਤ ਫਿਗਰਸ ਬਣਾ ਕੇ ਪੇਸ਼ ਕੀਤੀਆਂ ਗਈਆਂ। ਅੱਛਾ, ਇੱਕ ਗੁਰਬੰਦ ਸਿੰਘ ਪੰਨੂ ਦੀ ਅੱਜ ਫਿਰ ਇੱਕ ਵੀਡੀਓ ਵਾਇਰਲ ਹੋਈ ਹੈ, ਉਹਨੇ ਕਿਹਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਜੋ ਕਹਿ ਰਹੇ ਨੇ ਸੱਚ ਕਹਿ ਰਹੇ ਨੇ, ਜਾਂ ਬੰਬ ਇੱਥੇ ਆਏ ਆ 18 ਫਟੇ ਆ ਤੇ ਬਾਕੀ ਫਟਨੇ ਬਾਕੀ ਆ। ਦੂਸਰਾ ਉਹਨਾਂ ਨੇ ਕਿਹਾ ਕਿ ਜਿਹੜੇ ਨਾਲੀ ਲੈ ਕੇ ਹਥਿਆਰ ਲੈ ਕੇ ਜਿਹੜੀ ਬਾਬਾ ਸਾਹਿਬ ਰੱਖਿਆ ਕਰ ਰਹੇ ਸੀਗੇ ਆਪਦੇ ਐਮਐਲਏ, ਉਹਨਾਂ ਨੂੰ ਕਿਹਾ ਕਿ ਉਹਨਾਂ ਦੀ ਰੱਖਿਆ ਕੌਣ ਕਰੇਗਾ? ਮੈਂ ਕੇਂਦਰ ਸਰਕਾਰ ਤੋਂ ਮੰਗ ਕਰਦਾ, ਇਹਨੂੰ ਸਰਕਾਰ ਗੰਭੀਰਤਾ ਨਾਲ ਲਵੇ, ਇਹਨੂੰ ਉੱਥੋਂ ਚੱਕ ਕੇ ਲਿਆਵੇ ਅਮਰੀਕਾ ਤੋਂ, ਇਹਨਾਂ ਨੂੰ ਉੱਥੋਂ ਉਸ ਗਵਰਨਮੈਂਟ ਨਾਲ ਗੱਲ ਕਰਕੇ, ਜਿੱਦਾਂ ਅੱਗੇ ਵੀ ਬੰਬ ਧਮਾਕਿਆਂ ਦਾ ਦੋਸ਼ੀ ਮੁੰਬਈ ਦੇ ਅਸੀਂ ਲੈ ਕੇ ਆਏ ਆ, ਉਸ ਤਰੀਕੇ ਨਾਲ ਕੇਂਦਰ ਸਰਕਾਰ ਗੰਭੀਰਤਾ ਨਾਲ ਲਵੇ। ਬਾਕੀ ਇਹਦਾ ਸਾਡੇ ਭਾਈਚਾਰੇ ਦੇ ਉੱਤੇ ਕੋਈ ਅਸਰ ਨਹੀਂਗਾ। ਇਹੋ ਜਿਹੇ ਕਈ ਲੋਕ ਆਪਣੀਆਂ ਨਾਂ ਚਮਕਾਉਣ ਵਾਸਤੇ ਇਹੋ ਜਿਹੀ ਹਰਕਤਾਂ ਕਰਦੇ ਰਹਿੰਦੇ ਆ, ਇਹਦਾ ਸਾਡੇ ਕਿਸੇ ਭਾਈਚਾਰੇ ਤੇ 1 ਪੈਸੇ ਦਾ ਅਸਰ ਨਹੀਂ ਹੈ। ਤੁਸੀਂ ਅਡਾਨੀ ਵਾਲੇ ਮਾਮਲੇ ਤੇ ਟਿੱਪਣੀ ਜ਼ਰੂਰ ਕੀਤੀ ਹੈ, ਪਰ ਕੀ ਇਹਦੇ ਨਾਲ ਜਿਹੜਾ ਤੱਥ ਈਡੀ ਨੇ ਸਾਹਮਣੇ ਰੱਖਿਆ ਹੈ ਉਹਨੂੰ ਜਸਟੀਫਾਈ ਕਰ ਦਿੰਦੇ ਤੁਸੀਂ? ਬਿਲਕੁਲ ਨਹੀਂ, ਮੈਂ ਤੇ ਇਹੀ ਕਹਿ ਰਿਹਾ ਤੈਨੂੰ, ਇਹ ਤੇ ਬਣਾਏ ਜਾਂਦੇ ਆ ਨਾ ਤੱਥ। ਜਿੱਦਾਂ ਹੁਣ ਮਾਨ ਨੇ ਇੱਥੇ ਕੇਸ ਬਣਾਤਾ, ਉੱਥੇ ਤੁਸੀਂ ਬਣਾ ਲਓ। ਉਹ ਟੂਲ ਨੇ, ਤੋਤੇ ਨੇ ਉਹਨਾਂ ਦੇ। प्रताप सिंह बाजवा हाईकोर्ट का रुख किया है, क्या लग रहा है हाईकोर्ट जो एफआईआर दर्ज की गई वो रद्द करेगी? ਇਹ ਦੇਖੋ, ਇਹ ਹਾਈ ਕੋਰਟ ਦਾ ਉਹਨਾਂ ਦਾ ਪ੍ਰੋਗੇਟਿਵ ਹੈ, ਉਹਨਾਂ ਨੇ ਵੇਖ ਕੇ ਸਾਨੂੰ ਮਾਨਯੋਗ ਹਾਈ ਕੋਰਟ ਤੇ ਪੂਰਾ ਵਿਸ਼ਵਾਸ ਹੈ ਨਿਆਂ ਮਿਲੇਗਾ। पंजाब, अच्छा, पंजाब के पूर्व मुख्यमंत्री और जलंधर से सांसद चरणजीत सिंह चन्नी को लेकर कल भाजपा वर्कर द्वारा गुमशुदा के पोस्टर लगा दिए गए। उन्होंने कहा कि चन्नी साहब यहाँ नजर नहीं आते। ਦੇਖੋ, ਉਹਨਾਂ ਨੂੰ ਇੱਕ ਗੱਲ ਸਮਝਾਓ, ਚੰਨੀ ਲੋਕਾਂ ਦੇ ਦਿਲ ਦਾ ਨੇਤਾ ਹੈ, ਘਰ ਘਰ ਚੱਲ ਰਹੀ ਗੱਲ, ਚੰਨੀ ਕਰਦਾ ਮਸਲੇ ਹੱਲ, ਸਾਰਿਆਂ ਦਾ ਧਿਆਨ ਉਹਦੇ ਵੱਲ। ਸੋ ਇਹਨਾਂ ਵਿਚਾਰਿਆਂ ਕੋਲ ਕੋਈ ਚੀਜ਼ ਹੈ ਨਹੀਂ, ਇਹ ਹੁਣ ਪੋਸਟਰ ਲਾ ਕੇ, ਇਹੋ ਜਿਹੇ ਪੋਸਟਰਾਂ ਦਾ ਕੀ ਅਸਰ ਹੈ? ਉਹਨਾਂ ਕੋਲ ਇਲੈਕਸ਼ਨ ਹੋਣੀ 2 ਲੱਖ ਨਾ ਰਹਿ ਜਾਏਗਾ, ਹੁਣ ਤੁਹਾਨੂੰ ਪਤਾ ਲੱਗ जाएगा चन्नी का की मोल है। मनोरंजन कालिया से भी हमने सवाल किया, उन्होंने कहा है कि इसके बारे में उन्हें जानकारी नहीं है, लेकिन भाजपा वर्कर जरूर है, और ये भी कहा कि जो प्रिंटिंग जहाँ से पोस्टर हुए, अगर वहाँ पे नंबर नहीं है या नाम नहीं है
उस पर कानूनी कार्रवाई भी हो सकती ਦੇਖੋ ਗੱਲ ਇਹ ਹੈ, ਇਹੋ ਜਿਹੇ ਕੰਮ ਹੁੰਦੇ ਰਹਿੰਦੇ ਹੈ, ਕੋਈ ਫਰਕ ਨਹੀਂ ਪੈਂਦਾ। ਸੋ ਇਸ ਵੇਲੇ ਪੋਸਟ ਉਹਦੇ ਲੱਗਦੇ ਜਿਹੜਾ ਬੰਦਾ ਸਤਾਉਂਦਾ, ਇਹਨਾਂ ਨੂੰ ਸਤਾ ਰਿਹਾ ਹੈ। ਚੰਨੀ ਪਾਰਲੀਮੈਂਟ 'ਚ ਪੂਰੀ ਆਵਾਜ਼ ਉਠਾ ਰਿਹਾ। ਚੰਨੀ ਐਗਰੀਕਲਚਰ ਸਟੈਂਡਿੰਗ ਕਮੇਟੀ ਦਾ ਚੇਅਰਮੈਨ ਹੈ। ਕਿਸਾਨਾਂ ਦੇ ਉਹ ਮਸਲੇ ਉਹਨੇ ਪਾਰਲੀਮੈਂਟ ਦੇ ਵਿੱਚ ਰੱਖਦੇ ਹੈ, ਸਰਕਾਰ ਦੇ ਅੱਗੇ ਰੱਖਦੇ। ਸਰਕਾਰ ਨੂੰ ਸਮਝ ਨਹੀਂ ਆ ਰਿਹਾ ਕੀ ਕਰੀਏ। ਸੋ ਚੰਨੀ ਦਾ ਮੁਕਾਬਲਾ ਇਹਨਾਂ ਪੋਸਟਰ ਲੈਣ ਦਾ ਕੀ ਫਰਕ ਪੈਂਦਾ ਹੈ? ਉਹਨਾਂ को 10 होगा ले लोगों के मन से थोड़ा कर लोगे चन्नी। सर लगता है क्या है कि एक तरफ आम आदमी पार्टी प्रताप सिंह बाजवा को लेकर जो मामला दर्ज किया, दूसरे तरफ से चरणजीत सिंह चन्नी को लेकर भाजपा के वर्कर द्वारा पोस्टर लगाए गए, दोनों को देख के कैसे देखते ਨਹੀਂ ਇਹਦਾ ਕੋਈ ਉਹਦੇ ਨਾਲ ਕੋਈ ਤਾਲੁਕ ਵਾਸਤਾ ਨਹੀਂ ਹੁੰਦਾ। ਉਹ ਉਹਨਾਂ ਦਾ ਕੰਮ ਹੈ। ਉਹ ਯਾਰ ਇੱਥੇ ਇੰਨੀ ਵੱਡੀ ਬਾਦੀ ਕੋਈ ਕੁਝ ਵੀ ਕਰ ਦੇਗਾ। ਅਸੀਂ ਇਹਨਾਂ ਇਹੋ ਜਿਹੀ ਰਾਜਨੀਤੀ ਦਾ ਕੋਈ ਥਾਂ ਨਹੀਂ ਹੈਗਾ ਸਾਡੇ। ਸੋ ਅਸੀਂ ਚੰਨੀ ਮਜ਼ਬੂਤੀ ਨਾਲ ਲੋਕਾਂ ਦੇ ਵਿੱਚ ਹੈਗਾ, ਨਾਲੇ ਦਿਲਾਂ 'ਚ ਹੈ। ਕਿਤੋਂ ਕਿਤੋਂ ਕੱਢੋਗੇ।